ਅਗਲਾ ਸਵਾਲ ਸਰ ਜਸਬੀਰ ਸਿੰਘ ਜੀ ਭਾਟੀਆ, ਜਿਹੜੇ ਰੋਜ਼ਾਨਾ ਸਾਡੇ ਨਾਲ ਜੁੜਦੇ ਨੇ, ਉਹਨਾਂ ਨੇ ਸਵਾਲ ਉਹਨਾਂ ਦਾ ਸੀਗਾ ਕਿ ਸੁੰਨ ਸਮਾਧੀ ਕੀ ਹੈ। ਕਿਉਂਕਿ ਇਹਦਾ ਜ਼ਿਕਰ ਜਿਹੜਾ ਹੈ ਆਮ ਆਉਂਦਾ ਹੈ, ਗੁਰਬਾਣੀ 'ਚ ਵੀ ਸੁੰਨ ਲਫ਼ਜ਼ ਵੀ ਆਉਂਦਾ ਹੈ, ਸਮਾਧੀ ਲਫ਼ਜ਼ ਵੀ ਲੱਭੇਗਾ, ਔਰ ਇਹਦਾ ਜ਼ਿਕਰ ਵੈਸੇ ਵੀ ਫਿਲਾਸਫਿਕਲੀ ਵੀ ਆਉਂਦਾ ਹੈ ਸੁੰਨ ਸਮਾਧੀ ਦਾ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਤਜਿੰਦਰ ਸਿੰਘ ਜੀ ਨੂੰ ਬਈ ਸੁੰਨ ਸਮਾਧੀ ਕੀ ਹੈ, ਕਿਰਪਾ ਕਰਕੇ ਇਹਦੇ ਬਾਰੇ ਕੁਝ ਚਾਨਣਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਹੁਣੇ ਸਵਾਲ ਪੜ੍ਹ ਕੇ ਦੱਸਿਆ ਹੈ ਕਿ ਸੁੰਨ ਸਮਾਧ ਕੀ ਹੁੰਦੀ ਹੈ। ਸੁੰਨ ਸਮਾਧ ਜਿਹੜੀ ਗੁਰਬਾਣੀ ਦੇ ਵਿੱਚ ਸਾਨੂੰ ਇਸ ਬਾਰੇ ਗਾਈਡੈਂਸ ਮਿਲਦੀ ਹੈ, ਮੈਂ ਸਪਸ਼ਟ ਤੌਰ ਤੇ ਗੱਲ ਕਰਦੇ ਹਾਂ ਕਿ ਇੱਕ ਤੇ ਇੱਕ ਮਨੁੱਖ ਦੀ ਆਤਮਿਕ ਅਵਸਥਾ ਹੈ, ਗੁਰਮੁਖ ਦੀ ਆਤਮਿਕ ਅਵਸਥਾ ਹੈ, ਔਰ ਦੂਸਰੀ ਜਿਹੜੀ ਸੁੰਨ ਸਮਾਧ ਹੈ ਉਹ ਅਕਾਲ ਪੁਰਖ ਦਾ ਉਹ ਆਦਿ ਕਾਲ ਦੇ ਵਿੱਚ ਜਿਸ ਵੇਲੇ ਉਸਨੇ ਰਚਨਾ ਨਹੀਂ ਕੀਤੀ, ਸਿਰਫ ਆਪਣੇ ਆਪ ਦੇ ਵਿੱਚ ਸੀਗਾ, ਉਸ ਅਵਸਥਾ ਦੇ ਵਿੱਚ ਉਹ ਸੁੰਨ ਸਮਾਧ ਗੁਰਬਾਣੀ ਦੇ ਵਿੱਚ ਉਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਤੋ ਆਓ ਅਸੀਂ ਪਹਿਲੇ ਸਭ ਇਹ ਦੇਖੀਏ ਕਿ ਜੋ ਅਕਾਲ ਪੁਰਖ ਦੀ ਜਿਹੜੀ ਅਵਸਥਾ ਸੀ ਉਸ ਦੇ ਬਾਰੇ ਕੀ ਸਾਨੂੰ ਜਿਹੜੀ ਗੁਰਬਾਣੀ ਹੈ ਉਹ ਗਾਈਡੈਂਸ ਦਿੰਦੀ ਹੈ ਕਿ ਉਸ 36 ਯੁੱਗ ਗੁਬਾਰ ਹੋਣ ਦਾ ਜਿਹੜਾ ਵਰਣਨ ਹੈ ਉਹ ਗੁਰਬਾਣੀ ਦੇ ਵਿੱਚ ਸਾਨੂੰ ਮਿਲਦਾ ਹੈ ਕਿ 36 ਯੁੱਗ ਜਿਹੜਾ ਹੈ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਸੀ, ਕੇਵਲ ਉਹ ਪਰਮਾਤਮਾ ਆਪਣੇ ਆਪ ਦੇ ਵਿੱਚ ਹੀ ਉਹ ਕੰਟੇਨਡ ਸੀਗਾ। ਉਹ ਉਸ ਦਾ ਪ੍ਰਕਾਸ਼ ਆਪਣੇ ਆਪ ਵਿੱਚ ਸੀਗਾ, ਆਪਣਾ ਉਸ ਦਾ ਹੁਕਮ ਸੀਗਾ, ਔਰ ਹੋਰ ਸੰਸਾਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹਲਚਲ ਨਹੀਂ ਸੀਗੀ। ਉਸ ਦਾ ਗੁਰਬਾਣੀ ਵੀ ਸਾਨੂੰ ਇਹ ਵਰਣਨ ਆਉਂਦਾ ਹੈ ਕਿ ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏ। ਤੋ ਇਹ ਜਿਹੜੀ ਅਵਸਥਾ ਹੈ, ਇਸ ਅਵਸਥਾ ਦੇ ਵਿੱਚ ਅਰਬਦ ਨਰਬਦ ਦਾ ਭਾਵ ਹੈ ਕਿ ਅਰਬਾਂ ਸਾਲ ਵੀ ਕਹਿ ਦਿੱਤੇ ਜਾਣ ਤਾਂ ਅਰਬਦ ਤਾਂ ਪਏ ਹੋ ਗਿਆ, ਫਿਰ ਨਰਬਦ ਨਾਲ ਹੀ ਕਹਿ ਦਿੱਤਾ ਕਿ ਉਹ ਵੀ ਗਿਣਤੀ ਦਾ ਜਿਹੜਾ ਹੈ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਉਹ ਕਿੰਨੀ ਦੇਰ ਤੱਕ ਇਸ ਅਵਸਥਾ ਦੇ ਵਿੱਚ ਸੀਗਾ, ਇਸ ਦਾ ਅਸੀਂ ਕੋਈ ਨਹੀਂ ਕਹਿ ਸਕਦੇ ਕਿ ਜਿਵੇਂ ਪਿਤਾ ਦਾ ਜਨਮ ਕੇ ਜਾਣੇ ਪੂਤ, ਤੇ ਅਸੀਂ ਉਸ ਪਰਮਾਤਮਾ ਦੇ ਬਾਰੇ ਕੋਈ ਕਿਆਸ ਨਹੀਂ ਲਗਾ ਸਕਦੇ। ਲੇਕਿਨ ਇਹ ਜ਼ਰੂਰ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਸਾਨੂੰ ਗੁਰਬਾਣੀ ਦੇ ਵਿੱਚ ਬਿਹਾਗੜਾ ਕੀ ਵਾਰ ਮਹੱਲਾ ਚੌਥਾ ਦੇ ਵਿੱਚ ਜੋ 555 ਅੰਕ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਸ਼ੋਭਤ ਹੈ, ਉੱਥੇ ਵਰਣਨ ਕਰਦੇ ਹਨ ਕਿ ਯੁਗ 36 ਗੁਬਾਰ ਕਰ ਵਰਤਿਆ ਸੁਨਾ ਹਰ, ਉੱਥੇ ਵੇਦ ਪੁਰਾਨ ਨਾ ਸ਼ਾਸਤਾ ਆਪੇ ਹਰ ਨਰ ਹਰ, ਬੈਠਾ ਤਾੜੀ ਲਾਏ ਆਪ ਸਭ ਦੂਹ ਹੀ ਬਾਹਰ। ਭਾਵ ਕਿ 36 ਯੁਗਾਂ ਤੱਕ, ਭਾਵ ਅਨੇਕਾਂ ਯੁਗਾਂ ਤੱਕ ਘੁੱਪ ਹਨੇਰਾ ਪੈਦਾ ਕਰਕੇ ਆਪ ਸੁਨ ਅਫੁਰ ਅਵਸਥਾ ਵਿੱਚ, ਆਪ ਸੁਨ ਦਾ ਮਤਲਬ ਹੈ ਅਫੁਰ ਅਵਸਥਾ ਵਿੱਚ, ਜਿੱਥੇ ਕੋਈ ਫੁਰਨਾ ਜਿਹੜਾ ਹੈ ਉਹ ਨਾ ਹੋਵੇ। ਭਾਵ ਉਸ ਕਾਲਪੁਰਖ ਦੇ ਮਨ ਵਿੱਚ ਕੋਈ ਖਿਆਲ ਨਹੀਂ ਸੀਗਾ ਕਿ ਮੈਂ ਸੰਸਾਰ ਨੂੰ ਪੈਦਾ ਕਰਨਾ ਹੈ, ਐਸਾ ਕੋਈ ਉਸ ਵਕਤ ਅਵਸਥਾ ਦੇ ਵਿੱਚ ਨਹੀਂ ਸੀਗਾ। ਲੇਕਿਨ ਉਸ ਅਵਸਥਾ ਦੇ ਵਿੱਚ ਉਸ ਦਾ ਆਪਣਾ ਵਜੂਦ, ਜਿਹੜੀ ਆਪਣੀ ਐਗਜ਼ਿਸਟੈਂਸ ਉਹਦੀ ਸੀਗੀ। ਉਸ ਵਕਤ ਨਾ ਕੋਈ ਵੇਦ ਸੀ, ਨਾ ਕੋਈ ਪੁਰਾਣ ਸੀ, ਨਾ ਸ਼ਾਸਤਰ ਸੀ, ਔਰ ਨਾ ਕੋਈ ਧਾਰਮਿਕ ਚੀਜ਼ਾਂ ਸਨ, ਤੇ ਨਾ ਹੀ ਉਸ ਸਮੇਂ ਦੇ ਅੰਦਰ ਚੰਦ ਸੀ, ਨਾ ਸੂਰਜ ਸੀ, ਨਾ ਤਾਰੇ ਸਨ, ਨਾ ਗੈਲੈਕਸੀ ਸਨ, ਕੁਝ ਵੀ ਨਹੀਂ ਸੀਗਾ। ਆਪਣੇ ਆਪ ਦੇ ਵਿੱਚ ਬੈਠਾ ਤਾੜੀ ਲਾਏ ਆਪ ਸਭ ਦੂ ਹੀ ਬਾਹਰ। ਫਿਰ ਰਚਨਾ ਨੂੰ ਰਚ ਕੇ ਵੀ ਜਿਸ ਵੇਲੇ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਇੱਕ ਤੋਂ ਅਨੇਕ ਹੋਣ ਦਾ ਸੋਚਿਆ, ਤਾਂ ਉਸ ਵੇਲੇ ਵੀ ਆਪ ਸਭ ਦੂ ਹੀ ਬਾਹਰ। ਆਪ ਜਿਵੇਂ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿਠਾ ਚਾਓ। ਉਸ ਆਸਨ ਦੇ ਕੇ ਸੰਸਾਰ ਦੇ ਵਿੱਚ ਜੋ ਵੀ ਚੀਜ਼ਾਂ ਬਣਾਈਆਂ ਗਈਆਂ ਹਨ, ਜਿਵੇਂ ਅਸੀਂ ਕੋਈ ਮਕਾਨ ਬਣਾਉਂਦੇ ਹਾਂ ਤੇ ਮਕਾਨ ਦੇ ਵਿੱਚ ਮਕਾਨ ਬਣਾਉਣ ਵਾਲਾ ਜਿਹੜਾ ਹੈ ਉਹ ਵਿਰਾਜਮਾਨ ਨਹੀਂ ਹੁੰਦਾ, ਲੇਕਿਨ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਵੀ ਸੰਸਾਰ ਦੇ ਵਿੱਚ ਜੋ ਕੁਝ ਵੀ ਪੈਦਾ ਕੀਤਾ ਹੈ, ਆਪਣੀਆਂ ਵਡਿਆਈਆਂ ਪੈਦਾ ਕੀਤੀਆਂ ਹਨ, ਉਹ ਵਡਿਆਈਆਂ ਦੇ ਵਿੱਚ ਵੀ ਪਰਮਾਤਮਾ ਆਪ ਵਿਰਾਜਮਾਨ ਹੈ। ਇਸੇ ਕਰਕੇ ਜਦੋਂ ਅਸੀਂ ਸਿਮਰਨ ਕਰਦੇ ਹਾਂ ਉਸ ਦੀਆਂ ਵਡਿਆਈਆਂ ਦਾ, ਤੇ ਉਹ ਸਿਮਰਨ, ਉਹ ਵਡਿਆਈਆਂ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾਨ ਦੇ ਜਿਹੜੇ ਹਨ ਲਾਇਕ ਬਣਾ ਦਿੰਦੀਆਂ ਹਨ। ਤੋ ਇਹ ਹੈ ਪਰਮਾਤਮਾ ਦੀ ਉਹ ਅਵਸਥਾ ਜਿਸ ਨੂੰ ਅਫੁਰ ਅਵਸਥਾ ਕਹਿੰਦੇ ਹਨ, ਜਿਸ ਨੂੰ ਸੁੰਨ ਸਮਾਧੀ ਅਵਸਥਾ ਕਹਿੰਦੇ ਹਨ। ਔਰ ਉਸ ਅਵਸਥਾ ਦੇ ਬਾਅਦ ਜਦੋਂ ਉਸਨੇ ਇਸ ਸੰਸਾਰ ਨੂੰ ਪੈਦਾ ਕੀਤਾ,
ਤਾਂ ਫਿਰ ਗੱਲ ਆਉਂਦੀ ਹੈ ਕਿ ਅਵਸਥਾ ਦੀ, ਕਿ ਜਿਹੜੀ ਇਹ ਮਨੁੱਖ ਦੇ ਨਾਲ ਜਿਹੜੀ ਅਵਸਥਾ ਹੈ। ਤਾਂ ਉਸ ਬਾਰੇ ਅਸੀਂ ਵਿਚਾਰ ਕਰੀਏ ਕਿ ਸੁਨ ਸੁਨ ਕਹੈ ਸਭ ਕੋਈ, ਰਾਮਕਲੀ ਗੋਸ਼ਟ ਜਿਹੜੀ ਹੈ, ਗੋਸ਼ਟ ਜਿਹੜੀ ਹੈ ਉਹਦੇ ਵਿੱਚ, ਸਿੱਧ ਗੋਸ਼ਟ ਜਿਹੜੀ ਹੈ ਉਹਦੇ ਵਿੱਚ ਵੀ ਇਸ ਬਾਰੇ ਜਿਹੜੀ ਹੈ ਉਹ ਵਿਚਾਰ ਜਿਹੜੀ ਆਉਂਦੀ ਹੈ ਕਿ ਸੁਨ ਹਰੇਕ ਮਨੁੱਖ ਅਫੁਰ ਅਵਸਥਾ ਦਾ ਜ਼ਿਕਰ ਕਰਦਾ ਹੈ। ਇਹ ਜਿਸ ਅਵਸਥਾ ਦੀ ਮੈਂ ਗੱਲ ਕਰ ਰਿਹਾ, ਇਹ ਗੁਰਮੁਖਾਂ ਦੀ ਅਵਸਥਾ ਹੈ। ਉਸ ਬਾਰੇ ਜੋ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਉਹ ਇਸ ਪ੍ਰਕਾਰ ਹੈ, ਅਨਹਦ ਸੁਨ ਕਹਾਂ ਤੇ ਹੋਈ। ਪਰ ਅਸਲੀ ਜੀਵਨ ਵਿੱਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਜਾਂਦੀ ਹੈ, ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਦਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ। ਆਓ ਭਾਵੇਂ ਮੈਂ 1000 ਵਾਰੀ ਇਸ ਅਫੁਰ ਅਵਸਥਾ ਦਾ, ਸੁਨ ਸਮਾਧੀ ਅਵਸਥਾ ਦਾ ਮੈਂ ਭਾਵੇਂ ਜ਼ਿਕਰ ਕਰ ਲਵਾਂ, ਲੇਕਿਨ ਜਦ ਤੱਕ ਇਹ ਮੇਰੀ ਆਪਣੀ ਅਵਸਥਾ ਨਹੀਂ ਬਣੇਗੀ, ਮੈਨੂੰ ਇਸ ਅਵਸਥਾ ਦੀ ਸਮਝ ਨਹੀਂ ਆਏਗੀ। ਲੇਕਿਨ ਜੋ ਗੁਰੂ ਸਾਹਿਬ ਨੇ ਯੋਗੀਆਂ ਦੇ ਨਾਲ, ਸਿੱਧਾਂ ਦੇ ਨਾਲ ਜੋ ਵਿਚਾਰ ਕੀਤੀ, ਉਹ ਸੁਨ ਅਵਸਥਾ ਦਾ ਜ਼ਿਕਰ ਜਿਹੜਾ ਹੈ ਉਹ ਗੁਰੂ ਸਾਹਿਬ ਤੋਂ ਆ ਰਿਹਾ ਹੈ। ਤਾਂ ਇਸ ਕਰਕੇ ਅਸੀਂ ਉਸ ਅਵਸਥਾ ਦਾ ਜਿਹੜਾ ਹੈ ਉਹ ਬਿਆਨ ਕਰ ਰਹੇ ਹਾਂ। ਅਨਹਦ ਸੁਨ ਰਤੇ ਸੇ ਕੈਸੇ, ਭਾਈ ਜਿਹੜੇ ਅਨਹਦ ਸ਼ਬਦ ਦੇ ਵਿੱਚ ਇਸ ਜਿਹੜੇ ਪਰਮਾਤਮਾ ਦੇ ਅਫੁਰ ਅਵਸਥਾ ਵਿੱਚ ਜਿਹੜੇ ਜੁੜੇ ਹੋਏ ਬੰਦੇ ਹੁੰਦੇ ਹਨ, ਉਹ ਕਿਹੋ ਜਿਹੇ ਹੋ ਜਾਂਦੇ ਹਨ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨੁਖ ਦਿਆ। ਭਾਵੇਂ ਉਹ ਮਨੁੱਖ ਦੇਹੀ ਦੇ ਵਿੱਚ ਹੁੰਦੇ ਹਨ, ਲੇਕਿਨ ਉਹਨਾਂ ਦੀ ਸੁਰਤੀ ਜਿਹੜੀ ਹੈ ਉਸ ਅਕਾਲ ਪੁਰਖ ਦੇ ਨਾਲ ਜੁੜੀ ਹੁੰਦੀ ਹੈ। ਜਿਹੜੀ ਅਸੀਂ ਕਹਿੰਦੇ ਆ ਕਿ ਨਾਮਾ ਕਹੇ ਤਲੋਚਨਾ, ਮੁਕਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨਾ। ਤੋਂ ਨਿਰੰਜਨ ਦੇ ਨਾਲ ਜਿਨ੍ਹਾਂ ਦੀ ਚਿੱਤ ਜੁੜ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ, ਜਿਨ੍ਹਾਂ ਦੇ ਅੰਦਰ ਕੋਈ ਵੀ ਮਾਇਆ ਦਾ ਫੁਰਨਾ ਨਹੀਂ ਪੈਦਾ ਹੁੰਦਾ। ਆਪ ਜਿਹੜੀ ਤਿੰਨ ਗੁਣੀ ਅਵਸਥਾ ਹੈ, ਉਸ ਤਿਗੁਣੀ ਅਵਸਥਾ ਤੋਂ ਉੱਪਰ ਉੱਠ ਕੇ ਚੌਥੇ ਪਾਤੇ ਜਿਹੜੇ ਮਨੁੱਖ ਪਹੁੰਚ ਜਾਂਦੇ ਹਨ, ਉਹਨਾਂ ਦੇ ਵਿੱਚ ਮਾਇਆ ਦਾ ਕੋਈ ਫੁਰਨਾ ਨਹੀਂ ਹੁੰਦਾ। ਕੇਵਲ ਹੀ ਕੇਵਲ ਉਹਨਾਂ ਮਨ ਦੇ ਵਿੱਚ ਪ੍ਰਭੂ ਦੇ ਜਿਹੜੀ ਹੈ ਸੁਰਤੀ ਜਿਹੜੀ ਹੈ ਉਹ ਚੁੱਭ ਜਾਂਦੀ ਹੈ। ਦਿਨ ਰਾਤੀ ਉਸ ਪਰਮਾਤਮਾ ਦਾ ਹੀ ਨਾਮ ਦੀ ਆਰਾਧਨਾ ਕਰਦੇ ਹਨ, ਔਰ ਉਥੋਂ ਹੀ ਸ਼ਕਤੀ ਪ੍ਰਾਪਤ ਕਰਕੇ ਉਹ ਇਸ ਸੁਨ ਅਵਸਥਾ ਵਿੱਚ ਰਹਿੰਦੇ ਹਨ। ਇਹਦਾ ਇਹ ਭਾਵ ਨਹੀਂ ਕਿ ਜੋਗੀਆਂ ਨੇ ਸਮਾਧ ਲਗਾ ਲਈ ਤੇ ਕਈ ਸਾਲ ਜਿਹੜੇ ਹਨ ਉਹ ਉਸ ਤਰ੍ਹਾਂ ਹੀ ਸਰੀਰ ਨੂੰ ਸੁਨ ਕਰਕੇ ਬੈਠ ਗਏ। ਤਾਂ ਇਹ ਸਰੀਰ ਦੇ ਸੁਨ ਕਰਨ ਦੀ ਗੱਲ ਨਹੀਂ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਵਾਲੀ ਗੱਲ ਹੈ ਕਿ ਹੱਥ ਪਾਉ ਵੀ ਤੁਹਾਡੇ ਚੱਲਣੇ ਚਾਹੀਦੇ ਹਨ, ਤੁਹਾਡੇ ਗੱਲਾਂ ਬਾਤਾਂ ਵੀ ਹੋਣੀਆਂ ਚਾਹੀਦੀਆਂ ਹਨ, ਪਰਿਵਾਰ ਦੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ, ਬਿਜ਼ਨਸ ਵੀ ਚੱਲਣਾ ਚਾਹੀਦਾ ਹੈ। ਜੇ ਦੁਕਾਨ ਤੇ ਬੈਠੇ ਤੇ ਦੁਕਾਨ ਵੀ ਸੁਚੱਜੇ ਢੰਗ ਨਾਲ ਚੱਲਣੀ ਚਾਹੀਦੀ ਹੈ। ਤੇ ਲੇਕਿਨ ਜਿਹੜਾ ਚਿੱਤ ਜਿਹੜਾ ਹੈ ਭਾਵ ਜਿਹਦਾ ਸਾਡੇ 3 ਅਸੂਲ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਹਨ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ। ਤੇ ਭਾਵ ਸਾਡਾ ਜਿਹੜਾ ਨਾਮ ਜਪਣ ਵਾਲੀ ਅਵਸਥਾ ਹੈ ਉਹ ਬਰਕਰਾਰ ਰਵੇ, ਫਿਰ ਅਸੀਂ ਕਿਰਤ ਜਿਹੜੀ ਹੈ ਉਹ ਵੀ ਧਰਮ ਦੀ ਕਰੀਏ, ਧਰਮ ਸਾਡੀ ਕਿਰਤ ਦੇ ਵਿੱਚੋਂ ਜ਼ਾਹਰ ਹੋਵੇ, ਤੇ ਫਿਰ ਅਸੀਂ ਵੰਡ ਕੇ ਛਕੀਏ। ਤੇ ਐਸੀ ਅਵਸਥਾ ਵਾਲਾ ਮਨੁੱਖ ਜਿਹੜਾ ਹੈ ਉਹ ਸੁਨ ਸਮਾਧ ਵਾਲੀ ਅਵਸਥਾ ਦੇ ਵਿੱਚ ਮੰਨਿਆ ਜਾ ਸਕਦਾ ਹੈ। ਇੰਨੀ ਕੁ ਬੇਨਤੀ ਪ੍ਰਵਾਨ ਕਰੋ ਜੀ। ਹੋਈਆਂ ਭੁੱਲਾਂ ਦੀ ਆਪ ਪਾਸੋਂ ਕਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦੱਸਿਆ ਕਿ ਇਹ ਅਫੁਰ ਅਵਸਥਾ ਹੈ, ਪਰ ਦੱਸੀ ਨਹੀਂ ਜਾ ਸਕਦੀ। ਇਹ ਜਿਹੜਾ ਮੰਨਦਾ ਹੈ ਕੰਪਲੀਟ ਤੇ ਉਹ ਹੀ ਦੱਸ ਸਕਦਾ ਹੈ, ਪਰ ਫਿਰ ਵੀ ਜੋ ਸਾਨੂੰ ਗੁਰਬਾਣੀ ਚੋਂ ਚਾਨਣ ਮਿਲਦਾ ਹੈ ਜਾਂ ਗਾਈਡੈਂਸ ਮਿਲਦੀ ਹੈ, ਉਹਦੇ ਮੁਤਾਬਕ ਵੀਰ ਜੀ ਨੇ ਬੜੇ ਅੱਛੇ ਤਰੀਕੇ ਨਾਲ ਦੱਸਿਆ। ਤੇ ਸੁਣ ਤੋਂ ਭਾਵ ਕੀ ਹੈ ਕਿ ਜਿੱਥੇ ਅਸੀਂ ਵੈਸੇ ਵੀ ਕੋਈ ਕਿਸੇ ਦਾ ਆਪਰੇਸ਼ਨ ਹੋਣ ਲੱਗਦਾ ਤਾਂ ਉਸ ਜਗ੍ਹਾ ਨੂੰ ਸਰੀਰ ਦੇ ਬਾਡੀ ਪਾਰਟ ਨੂੰ ਸੁੰਨ ਕਰਦੇ ਨੇ। ਤੇ ਉਹਦਾ ਮਤਲਬ ਇਹ ਨਹੀਂ ਕਿ ਉਸ ਵੇਲੇ ਉਹਨੂੰ ਮਤਲਬ ਉਹਦੇ ਕੱਟਿਆ ਵੀ ਜਾਂਦਾ ਹੈ, ਉਸ ਹਿੱਸੇ ਨੂੰ ਉਹ 'ਚੋਂ ਖੂਨ ਵੀ ਵਗਦਾ ਹੋਏਗਾ, ਸਭ ਕੁਝ ਹੋਏਗਾ, ਡਾਕਟਰ ਲੋਕ ਜ਼ਿਆਦਾ ਜਾਣਦੇ ਨੇ, ਪਰ ਉਹਨੂੰ ਉਸ ਵੇਲੇ ਮਹਿਸੂਸ ਨਹੀਂ ਹੁੰਦਾ ਕਿਉਂਕਿ ਉਸ ਜਗ੍ਹਾ ਨੂੰ ਸੁੰਨ ਕੀਤਾ। ਇਸੇ ਤਰ੍ਹਾਂ ਜਿਹੜੇ ਸੁੰਨ ਅਵਸਥਾ ਵਿੱਚ, ਸੁੰਨ ਸਮਾਧੀ ਦੀ ਅਵਸਥਾ 'ਚ ਰਹਿੰਦੇ ਨੇ, ਉਹਨਾਂ ਨੂੰ ਦੁਨਿਆਵੀ ਤਕਲੀਫਾਂ ਆਉਂਦੀਆਂ ਤੇ ਹਨ, ਪਰੰਤੂ ਉਹ ਉਹਨਾਂ ਤੇ ਭਾਰੂ ਨਹੀਂ ਹੁੰਦੀਆਂ। ਉਹਨਾਂ ਨੂੰ ਇੰਨੀ ਕੁ ਸ਼ਕਤੀ ਹੈ ਕਿ ਉਹਨਾਂ ਤੋਂ ਅਬਵ ਬੋਰਡ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਤੋਂ ਨਿਰਲੇਪ ਹੁੰਦੇ ਨੇ। ਇੱਕ ਐਸੀ ਅਵਸਥਾ ਹੈਗੀ ਹੈ, ਜਿਵੇਂ ਵੀਰ ਜੀ ਨੇ ਦੱਸਿਆ ਵੀ ਕੰਪਲੀਟ ਦੱਸੀ ਨਹੀਂ ਜਾ ਸਕਦੀ, ਆਪਾਂ ਇਹਦੇ ਬਾਰੇ ਵਿਚਾਰ ਜ਼ਰੂਰ ਕਰ ਸਕਦੇ ਹਾਂ। ਤੇ ਇਹ ਜਿਹੜਾ ਸੁੰਨ ਲਫ਼ਜ਼ ਹੈ ਸਾਧ ਸੰਗਤ, ਵੈਸੇ ਵੀ ਸੁੰਨ ਦਾ ਮਤਲਬ ਹੀ ਹੁੰਦਾ ਹੈ ਜ਼ੀਰੋ, ਜਿੱਥੇ ਕੁਝ ਵੀ ਨਹੀਂ ਹੈ। ਅਸੀਂ ਜਿਹੜੀ ਗਿਣਤੀ ਹੈ ਸ਼ੁਰੂ ਕਰਦੇ ਹਾਂ 1 2 3 4 5 ਜਾਂ 1 2 3 4 5 ਕਰਦੇ ਹਾਂ, ਪਰ ਜਿਹੜੇ ਥਾਈ ਭਾਸ਼ਾ ਹੈ ਉਹਦੀ ਜਿਹੜੀ ਗਿਣਤੀ ਸ਼ੁਰੂ ਹੁੰਦੀ ਹੈ ਉਹ ਜ਼ੀਰੋ ਤੋਂ ਸ਼ੁਰੂ ਹੁੰਦੀ ਹੈ। ਅਸੀਂ ਸ਼ੁਰੂ ਕਰਦੇ ਹਾਂ 1 2 3 4 ਲੈ ਕੇ ਜ਼ੀਰੋ ਤੱਕ, ਉਹ ਜ਼ੀਰੋ ਤੋਂ ਸ਼ੁਰੂ ਕਰਦੇ ਨੇ। ਤੇ ਜ਼ੀਰੋ ਨੂੰ ਥਾਈ ਭਾਸ਼ਾ 'ਚ ਕਹਿੰਦੇ ਵੀ ਸੋਨੀ ਨੇ,
ਤੇ ਉਹ ਫਿਰ ਸੁਣ ਤੋਂ ਸ਼ੁਰੂ ਕਰਕੇ ਭਾਵ ਹੈ ਕਿ ਉਹ ਆਪਣੀ ਥਾਈ ਭਾਸ਼ਾ ਦੇ ਵਿੱਚ ਸ਼ੁਰੂ ਹੀ ਸੁਣ ਤੋਂ ਹੁੰਦਾ ਹੈ। ਇਹ ਗੱਲ ਮੈਨੂੰ ਬੜੀ ਵਧੀਆ ਲੱਗੀ, ਕਿਉਂਕਿ ਦੇਖੋ ਆਮ ਤੌਰ ਤੇ 3 ਯੋਗੀ ਕਹੇ ਜਾਂਦੇ ਨੇ, ਪ੍ਰੈਜ਼ੈਂਟ, ਪਾਸਟ, ਫਿਊਚਰ, ਪਰੰਤੂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਆਦਿ ਸੱਚ, ਫਿਰ ਕਿਹਾ ਜੁਗਾਦ ਸੱਚ। ਜੁਗਾਂ ਤੋਂ ਵੀ ਪਹਿਲੇ ਆਦਿ ਕੀ ਹੈ। ਜਿਵੇਂ ਸਤਿਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਦਿ ਕੀ ਸੀ, ਜਿਸ ਵੇਲੇ ਸਭ ਕੁਝ ਵੀ ਨਹੀਂ ਸੀ, ਅਰਬਦ ਨਰਬਤ ਧੁੰਦੂਕਾਰ, ਜਿਸ ਵੇਲੇ ਕੇਵਲ ਅਕਾਲ ਪੁਰਖ ਵਾਹਿਗੁਰੂ ਇੱਕ ਸੁੰਨ ਅਵਸਥਾ ਵਿੱਚ ਸੀਗਾ, ਉਸ ਅਵਸਥਾ ਦਾ ਜ਼ਿਕਰ। ਤੇ ਇਹਦਾ ਮਤਲਬ ਸੁੰਨ ਅਵਸਥਾ ਜਿਹੜੀ ਹੈ ਉਹ ਆਮ ਅਵਸਥਾਵਾਂ ਤੋਂ ਉੱਪਰ ਹੈ, ਵੱਖਰੀ ਹੈ। ਤੋ ਇਸੇ ਤਰ੍ਹਾਂ ਜਿਹੜੇ ਲੋਕ ਸੁੰਨ ਅਵਸਥਾ ਚਲੇ ਜਾਂਦੇ ਨੇ, ਜਿਨ੍ਹਾਂ ਦੇ ਆਪਣੀ ਮਨ ਇੰਦਰੀਆਂ ਤੇ ਇੰਨਾ ਕੰਟਰੋਲ ਹੈ ਕਿ ਉਹ ਸੁੰਨ ਅਵਸਥਾ 'ਚ ਰਹਿੰਦੇ ਨੇ, ਤਾਂ ਉਹਨਾਂ ਦਾ ਜੀਵਨ ਜਿਹੜਾ ਹੈ ਵਾਕਈ ਐਸਾ ਹੋਏਗਾ ਕਿ ਦੁਨਿਆਵੀ ਤੌਰ ਤੇ ਜਿੰਨੇ ਵੀ ਝੱਖੜ ਝੁੱਲਣ ਜਾਂ ਕੋਈ ਤਕਲੀਫਾਂ ਆਉਣ ਜਾਂ ਈਵਨ ਸੁੱਖ ਆਰਾਮ ਵੀ ਆਉਣ, ਨਾ ਉਹਨਾਂ ਨੂੰ ਜੋ ਨਾ ਕੋਈ ਸੁੱਖ ਪਹੁੰਚਦਾ ਤੇ ਨਾ ਕੋਈ ਦੁੱਖ ਪਹੁੰਚਦਾ। ਭਾਵੇਂ ਇੱਕ ਐਸੀ ਉੱਚੀ ਅਵਸਥਾ ਦੀ ਚਲ ਜਾਂਦੀ, ਬੜੀ ਨਿਰਵਿਕਲੀ ਅਵਸਥਾ ਹੈਗੀ ਹੈ, ਜਿਹੜੀ ਕਿ ਆਮ ਅਸਾਂ ਗ੍ਰਸਤੀ ਲੋਕਾਂ ਦੇ ਤਾਂ ਸਮਝਣ 'ਚ ਔਖੀ ਆਉਂਦੀ ਹੈ। ਤਾਂ ਉਹ ਹੈ ਜੀ ਸੁੰਨ ਅਵਸਥਾ। ਤਾਂ ਵੀਰ ਜੀ ਨੇ ਬੜੇ ਸੁੰਦਰ ਤਰੀਕੇ ਨਾਲ ਦੱਸਿਆ। ਮੈਂ ਆਸ ਕਰਦਾ ਕਿ ਸਾਧ ਜਸਬੀਰ ਸਿੰਘ ਜੀ ਨੂੰ ਇਹ ਜੋ ਉੱਤਰ ਹੈ ਮਿਲ ਗਿਆ, ਔਰ ਬਾਕੀ ਸੰਗਤ ਨੂੰ ਵੀ। ਪਰ ਮੈਂ ਇੱਥੇ ਬੇਨਤੀ ਕਰਦੇ ਹਾਂ, ਇਹ ਵਿਸ਼ਾ ਬੜਾ ਗੰਭੀਰ ਹੈ, ਇਸ ਲਈ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਵੀ ਕਿ ਉਹ ਕਿਰਪਾ ਕਰਕੇ ਆਪਣੀ ਵੀ ਇਨਪੁਟ ਦੇਣ, ਆਪਣੇ ਵੀ ਇਹਦੇ ਬਾਰੇ ਖਿਆਲ ਜਿਹੜੇ ਹੋਣ ਤੁਸੀਂ ਗਰੁੱਪ ਚੈਟ 'ਚ ਪਾ ਸਕਦੇ ਹੋ ਜਾਂ ਬਾਅਦ ਵਿੱਚ ਸਾਨੂੰ ਲਿਖ ਸਕਦੇ ਹੋ, ਕਿਉਂਕਿ ਬੜਾ ਅਹਿਮ ਵਿਸ਼ਾ ਹੈ ਜਿਹੜਾ ਵੀਰ ਜੀ ਨੇ ਨਿਭਾਇਆ ਹੈ। ਤਜਿੰਦਰ ਸਿੰਘ ਜੀ, ਆਪ ਜੀ ਦਾ ਧੰਨਵਾਦ।